ਸਾਰਿਆਂ ਦਾ ਸਵਾਗਤ ਹੈ ਵਾਇਸ ਆਫ ਕਸ਼ਮੀਰੀ ਸਿੱਖ ਵਿੱਚ। ਅੱਜ ਸਾਡੇ ਨਾਲ ਨੇ ਡਾਕਟਰ ਹਰਬਖਸ਼ ਜੀ, ਜਿਹੜੇ ਕਿ ਇੱਕ ਸੋਸ਼ਲ ਐਕਟਿਵਿਸਟ ਵੀ ਨੇ, ਨਾਲ ਹੀ ਨਾਲ ਪੀਡੀਪੀ ਦੇ ਸਪੋਕਸਪਰਸਨ ਨੇ। ਡਾਕਟਰ ਹਰਬਖਸ਼, ਤੁਹਾਡਾ ਸਵਾਗਤ ਹੈ ਵਾਇਸ ਆਫ ਕਸ਼ਮੀਰੀ ਸਿੱਖ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਕਿ ਅਸੀਂ ਕਸ਼ਮੀਰੀ ਸਿੱਖਾਂ ਦੇ ਰਿਲੇਟਡ ਹੀ ਗੱਲਬਾਤ ਇਸ ਤੇ ਜ਼ਿਆਦਾ ਕਰਦੇ ਹਾਂ, ਚਰਚਾ ਸਾਡੀ ਕਸ਼ਮੀਰੀ ਸਿੱਖਾਂ ਤੇ ਹੁੰਦੀ ਹੈ। ਤੇ ਅਸੀਂ ਜਾਣਨਾ ਚਾਹਾਂਗੇ ਕਿ ਤੁਸੀਂ ਪੀਡੀਪੀ ਦੇ ਨਾਲ ਜੁੜੇ ਦੇ ਹੋ, ਤੇ ਜਿਹੜੇ ਸਾਡੇ ਕਸ਼ਮੀਰ ਵਿੱਚ ਰਹਿਣ ਵਾਲੇ ਸਿੱਖ ਕਮਿਊਨਿਟੀ ਦੇ ਲੋਕ ਨੇ, ਉਹਨਾਂ ਦੇ ਵਾਸਤੇ ਬੀਜੇਪੀ ਦਾ ਆਪਣਾ ਪੀਡੀਪੀ ਦਾ ਕੀ ਯੋਗਦਾਨ ਹੈ? ਦੇਖੋ ਗੁਰਦਿਆਲ ਜੀ, ਸਭ ਤੋਂ ਪਹਿਲੇ ਸ਼ੁਕਰੀਆ ਤੁਹਾਡਾ ਕਿ ਤੁਸੀਂ ਮੈਨੂੰ ਯਾਦ ਕੀਤਾ। ਇੱਕ ਬੜਾ ਅੱਛਾ ਵਿਸ਼ੇ ਲੈ ਕੇ, ਤੇ ਇੱਕ ਜਿਹੜਾ ਵਾਇਸ ਆਫ ਕਸ਼ਮੀਰੀ ਸਿੱਖ ਸੇ ਪਹਿਲੀ ਵਾਰ ਹੋਇਆ ਕਿ ਕਸ਼ਮੀਰ ਦੇ ਸਿੱਖਾਂ ਦੀ ਆਵਾਜ਼, ਤੇ ਤੁਹਾਨੂੰ ਮੁਬਾਰਕਬਾਦ ਹੈ ਸ਼ੁਰੂ ਕਰਨ ਨੂੰ। ਦੇਖੋ, ਜਿਸ ਵਕਤ ਮੈਂ ਇੱਕ ਪਾਰਟ ਸਾਂ ਗੌਰਮੈਂਟ ਦੇ ਵਿੱਚ ਇੱਕ ਮੰਤਰਾਲੇ ਵਿੱਚ ਇੱਕ ਮਿਨਿਸਟਰ ਦੇ ਨਾਲ ਕੰਮ ਕੀਤਾ। ਮਸਲਾ ਇਹ ਸੀ ਕਿ ਪਹਿਲੇ ਤੇ ਗੌਰਮੈਂਟ ਜਿਹੜੀ ਸੀ, ਗੌਰਮੈਂਟ ਕੋਲੀਸ਼ਨ ਸੀ। ਇਟ ਵਾਜ਼ ਪੀਡੀਪੀ ਬੀਜੇਪੀ ਗੌਰਮੈਂਟ, ਤੇ ਜਿਹੜਾ ਵੀ ਫੈਸਲਾ ਸੀ ਉਹ ਸਾਂਝਾ ਫੈਸਲਾ ਸੀ। ਕਿਉਂਕਿ ਜਦ ਇੱਕ ਆਪਣਾ ਮਨਸ਼ੂਰ ਹੁੰਦਾ ਹੈ, ਮਨਸ਼ੂਰ ਅਲੱਗ-ਅਲੱਗ ਹੁੰਦਾ, ਲੇਕਿਨ ਜਦ ਕੋਲੀਸ਼ਨ ਹੁੰਦੀ ਹੈ ਤੇ ਕੋਲੀਸ਼ਨ ਵਿੱਚ ਕਾਮਨ ਮਿਨੀਮਮ ਪ੍ਰੋਗਰਾਮ ਬਣਦਾ, ਤੇ ਉਸ ਦੇ ਵਿੱਚ ਜਿਹੜੀ ਵਾਅਦੇ ਕੁਛ ਸਨ ਕੌਮ ਦੇ ਨਾਲ, ਜਾਂ ਮੁਫਤੀ ਸਾਹਿਬ ਦੇ ਵਕਤ ਵਿੱਚ ਹੋਏ ਸਨ ਕੁਛ, ਉਹਨਾਂ ਦੇ ਵਿੱਚ ਜਿਹੜਾ ਸਭ ਤੋਂ ਬੜਾ ਇੱਕ ਚੀਜ਼ ਸੀ ਕਿ ਮਾਈਨੋਰਟੀ ਸਟੇਟਸ ਦੀ ਗੱਲ ਕੀਤੀ ਜਾ ਰਹੀ ਸੀ। ਲੇਕਿਨ ਇੱਕ ਤੇ ਮੁਫਤੀ ਸਾਹਿਬ ਦਾ ਇੱਕ ਅਚਾਨਕ ਉਹਨਾਂ ਦਾ ਗੁਜ਼ਰ ਜਾਣਾ, ਉਹ ਵੀ ਇੱਕ ਬੜਾ ਸੈਟਬੈਕ ਸੀ। ਦੂਜਾ ਸੀ ਕਿ ਫੁੱਲ ਮੈਜੋਰਟੀ ਨਹੀਂ ਸੀ ਤੇ ਕੋਲੀਸ਼ਨ ਗਵਰਨਮੈਂਟ ਸੀ, ਤੇ ਕੋਲੀਸ਼ਨ ਦੇ ਵਿੱਚ ਕੋਈ ਵੀ ਫੈਸਲਾ ਲੈਣਾ ਬਹੁਤ ਮੁਸ਼ਕਿਲ ਹੁੰਦਾ ਹੈ। ਰਹੀ ਗੱਲ, ਕੁਝ ਚੀਜ਼ਾਂ ਸਨ ਜਿੱਥੇ, ਜਿਸ ਤਰ੍ਹਾਂ ਪੀਐਸਸੀ ਮੈਂਬਰ ਦੀ ਗੱਲ ਅੱਜ ਕੱਲ੍ਹ ਜਿਹੜਾ ਚੱਲ ਰਿਹਾ ਬਹੁਤ ਸਾਰਾ, ਤੇ ਸਾਡੀ ਗਵਰਨਮੈਂਟ ਦੇ ਦੌਰਾਨ, ਕੋਲੀਸ਼ਨ ਗਵਰਨਮੈਂਟ ਦੇ ਦੌਰਾਨ ਬਾਜ਼ਾਬਤਾ ਇੱਕ ਪੀਐਸਸੀ ਮੈਂਬਰ ਸਰਦਾਰ ਸੀ, ਤੇ ਹੋਰ ਵੀ ਬੀਜੇਪੀ ਨੇ ਵੀ ਜੰਮੂ ਤੋਂ ਰਿਪਰੈਜ਼ੈਂਟੇਸ਼ਨ ਦਿੱਤੀ ਸੀ, ਇੱਕ ਸਰਦਾਰ ਨੂੰ ਐਮਐਲਸੀ ਬਣਾਇਆ ਦਾ ਸੀ। ਦੇਖੋ, ਸਭ ਤੋਂ ਬੜੀ ਘਾਟ ਜਿਹੜੀ ਰਹਿੰਦੀ ਹੈ ਸਾਡੀ, ਪੂਰੇ ਜੰਮੂ ਕਸ਼ਮੀਰ ਦੇ ਸਿੱਖਾਂ ਦੀ ਗੱਲ ਕਰਾਂਗਾ ਮੈਂ, ਨਾ ਕਿ ਕਸ਼ਮੀਰ ਦੇ ਸਿੰਘਾਂ ਦੀ, ਕਿ ਯੂਨਿਟੀ ਦੀ ਬੜੀ ਘਾਟ ਹੈ। ਅਸੀਂ ਸਾਡੀ ਪਾਪੂਲੇਸ਼ਨ ਬਹੁਤ ਘੱਟ ਹੈ, ਲੇਕਿਨ ਲੀਡਰ ਸਾਡੇ ਬਹੁਤ ਹਨ, ਤੇ ਲੀਡਰ ਜਿਹੜੇ ਨੇ, ਉਹ ਲੀਡਰ ਕਦੇ ਵੀ ਕੌਮਾਂ ਨੂੰ, ਜਿਹੜੇ ਨਾਮ ਨਿਹਾਦ ਲੀਡਰ ਨੇ, ਕਦੇ ਵੀ ਸਾਰਿਆਂ ਨੂੰ ਜੁੜਨ ਨਹੀਂ ਦਿੰਦੇ। ਤੇ ਯੂਨਿਟੀ ਦੇ ਘਾਟ ਦੀ ਵਜ੍ਹਾ ਨਾਲ ਸਾਡੀਆਂ ਡਿਮਾਂਡਾਂ ਜਿਹੜੀਆਂ ਨੇ ਉਹ ਹਮੇਸ਼ਾ ਰਹਿ ਜਾਂਦੀਆਂ। ਪਹਿਲੇ 370 ਦੇ ਤੱਕ, ਜਦ ਤੱਕ 370 ਸੀ ਸਟੇਟ ਦੇ ਵਿੱਚ, ਸਾਨੂੰ ਜਦ ਵੀ ਅਸੀਂ ਡਿਮਾਂਡ ਕਰਦੇ ਸਾਂ ਸੈਂਟਰਲ ਗੌਰਮੈਂਟ ਤੋਂ, ਗੌਰਮੈਂਟ ਆਫ ਇੰਡੀਆ ਤੋਂ, ਤੇ ਸਾਨੂੰ ਇੱਕੋ ਜਵਾਬ ਆਉਂਦਾ ਸੀ ਕਿ ਤੁਹਾਡੇ ਜਿਹੜਾ ਸਾਰਾ ਮਸਲਾ ਹੈ ਇਹ 370 ਦੇ ਕਰਕੇ ਰੁਕੇਦਾ, ਡਿਵੈਲਪਮੈਂਟ ਰੁਕੀ ਦੀ ਹੈ, ਤੁਹਾਡਾ ਮਾਈਨੋਰਟੀ ਸਟੇਟਸ ਰੁਕੇਦਾ, ਤੁਹਾਡਾ ਸਭ ਕੁਝ ਰੁਕੇਦਾ। ਤੇ ਲੇਕਿਨ ਹੁਣ 1 ਸਾਲ ਹੋ ਗਿਆ 370 ਨੂੰ ਵੀ ਖਤਮ ਹੋਏ ਦੇ, ਤੇ ਜੂੰ ਤੇ ਤਿਉਂ ਜਿਹੜੀ ਸਿਚੁਏਸ਼ਨ ਹੈ ਐਜ਼ ਇਟ ਇਜ਼ ਬਣੀ ਦੀ ਹੈ, ਕੋਈ ਸੁਧਾਰ ਕਿਸੇ ਚੀਜ਼ ਦੇ ਵਿੱਚ ਨਹੀਂ ਹੈ। ਤੇ ਮੇਰੀ ਇੱਕੋ ਗੁਰਦਿਆਲ ਜੀ ਅਪੀਲ ਹੈ ਸਾਰਿਆਂ ਨੂੰ, ਮੇਰੇ ਵਾਸਤੇ ਵੀ ਸਬਕ ਹੈ, ਬਾਕੀ ਸਾਰੇ ਜਿਹੜੇ ਸਾਡੇ ਮੇਨ ਸਟ੍ਰੀਮ ਲੀਡਰ ਹਨ, 3-4 ਲੋਕ ਜੋ ਵੀ ਹਨ ਕਸ਼ਮੀਰ ਤੋਂ, ਜਾਂ 3-4-5 ਲੋਕ ਜੰਮੂ ਤੋਂ ਹਨ, ਸਾਰਿਆਂ ਤੋਂ ਇੱਕ ਅਪੀਲ ਹੈ ਕਿ ਇੱਕ ਯੂਨਾਈਟਿਡ ਫੋਰਮ, ਇੱਕ ਪਲੇਟਫਾਰਮ ਬਣਾਇਆ ਜਾਏ, ਜਿਸ ਨੂੰ ਨਾਨ ਪੋਲੀਟੀਕਲ ਟਾਈਪ ਦਾ, ਮੇਰੀ ਆਈਡੀਆਲੋਜੀ ਪੀਡੀਪੀ ਦੀ ਹੈ, ਕਿਸੇ ਹੋਰ ਦੀ ਬੀਜੇਪੀ ਦੀ ਹੈ, ਕਿਸੇ ਦੀ ਕਾਂਗਰਸ ਦੀ ਹੈ, ਕਿਸੇ ਦੀ ਆਪਣੀ ਪਾਰਟੀ, ਜੋ ਵੀ ਹੈ, ਬੀਇੰਗ ਸਿੱਖਸ, ਸਾਨੂੰ ਇੱਕ ਪਲੇਟਫਾਰਮ ਤੇ ਆ ਕੇ ਆਪਣੀ ਡਿਮਾਂਡਾਂ, ਖਾਸ ਕਰ 2-3 ਡਿਮਾਂਡਾਂ ਜਿਹੜੀਆਂ ਸਾਡੀਆਂ, ਜਿਹੜੀਆਂ ਬਹੁਤ ਇੰਪੋਰਟੈਂਟ ਹਨ ਇਸ ਵਕਤ। ਇੱਕ ਤੇ ਪਹਾੜੀ ਸਪੀਕਿੰਗ ਰਿਜ਼ਰਵੇਸ਼ਨ ਜਿਹੜੀ ਹੈ, ਜਿਸ ਤੇ ਤੁਸੀਂ ਵੀ ਕੰਮ ਕਰ ਰਹੇ ਹੋ, ਤੁਹਾਨੂੰ ਵੀ ਮੁਬਾਰਕਬਾਦ ਹੈ, ਤੁਸੀਂ ਵੀ ਕੰਮ ਕਰ ਰਹੇ ਹੋ। ਤੇ ਦੂਜਾ ਪੋਲੀਟੀਕਲ ਰਿਜ਼ਰਵੇਸ਼ਨ ਹੈ, ਕਿਉਂਕਿ ਅਸੀਂ ਘੱਟ ਗਿਣਤੀ ਹੋਣ ਦੇ ਕਾਰਨ ਸਾਡੀ ਜਿਹੜੀ ਪੋਲੀਟੀਕਲ ਰਿਜ਼ਰਵੇਸ਼ਨ ਹੈ ਉਹ ਕਿਸੇ ਵੀ ਜਗ੍ਹਾ ਕਾਊਂਟ ਨਹੀਂ ਹੁੰਦੀ, ਸਾਡੇ ਵੋਟ ਬੜੇ ਘੱਟ ਹਨ, ਤੇ ਬਦਕਿਸਮਤੀ ਨਾਲ ਸਾਨੂੰ ਸੀਰੀਅਸਲੀ ਨਹੀਂ ਲਿਆ ਜਾਂਦਾ ਕਿਸੇ ਵੀ ਜਗ੍ਹਾ, ਕਿਸੇ ਵੀ ਪਾਰਟੀ ਦੇ ਥਰੂ। ਹਰਬਖਸ਼ ਸਿੰਘ ਜੀ, ਤੁਸੀਂ ਡਾਕਟਰ ਸਾਹਿਬ ਸਾਨੂੰ ਇੱਕ ਚੀਜ਼ ਦੱਸ ਸਕਦੇ ਹੋ ਕਿ ਜਿਸ ਸਮੇਂ ਪੀਡੀਪੀ ਦਾ ਦੌਰ ਰਿਹਾ, ਅਗਰ ਕੁਝ 370 ਦੇ ਕਰਕੇ, ਜਿਸ ਤਰ੍ਹਾਂ ਕਿ ਇੱਕ ਤੁਹਾਨੂੰ ਪਤਾ ਕਿ ਕਾਫੀ ਦੇਰ ਤੱਕ ਆਨੰਦ ਮੈਰਿਜ ਐਕਟ ਸਾਡਾ ਨਹੀਂ ਹੋ ਪਾਇਆ ਸੀ, ਹੁਣ 370 ਤੋਂ ਬਾਅਦ ਕਦ ਤੱਕ ਹੁੰਦਾ ਤੇ ਉਹ ਵੱਖਰੀ ਗੱਲ ਹੈ। ਉਸ ਸਮੇਂ ਪੀਡੀਪੀ ਗਵਰਨਮੈਂਟ ਦੇ ਟਾਈਮ ਸਿੱਖਾਂ ਨੂੰ ਇਹ ਕਿਉਂ ਨਹੀਂ ਤੋਹਫਾ ਮਿਲਿਆ? ਦੇਖੋ, ਮੈਂ ਤੁਹਾਨੂੰ ਫਿਰ ਦੁਬਾਰਾ ਉਹ ਕਹਿੰਦਾ ਕਿ ਸਾਡੀਆਂ ਜਿਹੜੀਆਂ ਡਿਮਾਂਡਾਂ ਸਨ, ਜਿਹੜੀ ਕੌਮ ਦੀਆਂ ਡਿਮਾਂਡਾਂ ਹੁੰਦੀਆਂ ਨੇ, ਉਹ ਇੱਕ ਪਲੇਟਫਾਰਮ ਤੋਂ ਹੁੰਦੀਆਂ ਨੇ, ਇੱਕ ਸਾਂਝੇ ਪਲੇਟਫਾਰਮ। ਸਾਡੀ ਜਿਹੜੀ ਸਭ ਤੋਂ ਯੂਨਿਟੀ ਦੀ ਘਾਟ ਸਾਨੂੰ ਰਹੀ ਅੱਜ ਤੱਕ, ਜਿਹੜੀ ਵੀ ਡਿਮਾਂਡ ਹੋਈ ਸਾਡੀ ਇੰਡੀਵਿਜੂਅਲ ਡਿਮਾਂਡਾਂ ਹੋਈਆਂ, ਕਦੇ ਮਿਲ ਕੇ ਕੌਮ ਦੀਆਂ ਡਿਮਾਂਡਾਂ ਨਹੀਂ ਹੋਈਆਂ। ਦੇਖੋ ਮੈਂ ਤੁਹਾਨੂੰ ਇੱਕ ਬਹੁਤ ਬੜਾ ਹਿਸਟੋਰੀਕਲ ਸਟੈਪ ਪੀਡੀਪੀ ਗਵਰਨਮੈਂਟ ਦਾ ਕਹਾਂਗਾ ਕਿ 1947 ਤੋਂ ਬਾਅਦ ਪਹਿਲੀ ਵਾਰ ਰਾਜ ਸਭਾ ਦੇ ਵਿੱਚ
ਲੋਕ ਸਭਾ ਤੇ ਗੱਲ ਹੀ ਨਹੀਂ ਹੈ ਕਿ ਜੰਮੂ ਕਸ਼ਮੀਰ ਤੋਂ ਕੋਈ ਸਰਦਾਰ ਬਣੇਗਾ। ਰਾਜ ਸਭਾ ਦੇ ਵਿੱਚ ਬਾਜਵਾ ਸਾਹਿਬ ਨੂੰ ਮੁਫਤੀ ਸਾਹਿਬ ਨੇ ਉਸ ਵਕਤ ਬਣਾਇਆ ਜਦ 16 ਐਮਐਲਏ ਟੋਟਲ ਮੁਫਤੀ ਸਾਹਿਬ ਕੋਲ ਸਨ। ਡਾਕਟਰ ਸਾਹਿਬ, ਪਰ ਇਸ ਵਿੱਚ ਕਸ਼ਮੀਰੀ ਸਿੱਖਾਂ ਦੀ ਅਗਰ ਅਸੀਂ ਗੱਲ ਕਰ ਰਹੇ ਹਾਂ ਇਸ ਸਮੇਂ, ਤੇ ਕਸ਼ਮੀਰੀ ਸਿੱਖਾਂ ਨੂੰ ਕੀ ਤੋਹਫਾ ਮਿਲਿਆ ਹੈ? ਕਸ਼ਮੀਰੀ ਸਿੱਖਾਂ ਦਾ ਦੇਖੋ, ਮੈਂ ਤੁਹਾਨੂੰ ਫਿਰ ਦੁਬਾਰਾ ਉਸੇ ਗੱਲ ਤੇ ਆ ਰਿਹਾ, ਜਦ ਤੱਕ ਯੂਨਿਟੀ ਦੀ ਘਾਟ ਹੈ। ਦੇਖੋ, ਪੋਲਿਟਿਕਸ ਦੇ ਵਿੱਚ ਦੋ ਚੀਜ਼ਾਂ ਕੰਮ ਕਰਦੀਆਂ। ਤੇ ਕੀ ਤੁਹਾਨੂੰ ਲੱਗਦਾ ਕਿ ਕਸ਼ਮੀਰੀ ਸਿੱਖਾਂ 'ਚ ਯੂਨਿਟੀ ਨਹੀਂ ਹੈ, ਜੰਮੂ ਵਿੱਚ ਹੈ ਯੂਨਿਟੀ? ਹਾਂ, ਜੰਮੂ ਦੇ ਵਿੱਚ ਯੂਨਿਟੀ ਹੈ। ਜੰਮੂ ਦਾ ਜਿਹੜਾ ਸਰਦਾਰ ਹੈ ਉਹ ਯੂਨਾਈਟ ਹੈ, ਉਹ ਸਾਡੇ ਤੋਂ ਪੋਲੀਟੀਕਲੀ ਵਿਜ਼ਨਰੀ ਹੈ। ਡਾਕਟਰ ਸਾਹਿਬ, ਤੁਸੀਂ ਵੀ ਆਵਾਜ਼ ਚੁੱਕੀ ਹੋਣੀ ਹੈ ਕਿਉਂਕਿ ਤੁਸੀਂ ਵੀ ਕਸ਼ਮੀਰ ਦੇ ਰਹਿਣ ਵਾਲੇ ਹੋ। ਬਿਲਕੁਲ ਬਹੁਤ ਵਾਰ ਉਹਦੇ ਤੇ ਹੋ, ਬਿਲਕੁਲ ਬਹੁਤ ਵਾਰ ਕਸ਼ਮੀਰ ਦੇ ਸਿੱਖਾਂ ਦੀ ਆਵਾਜ਼ ਚੁੱਕੀ ਹੋਣੀ। ਤੇ ਤੁਹਾਡੀ ਆਵਾਜ਼ ਤੇ ਕੋਈ ਐਸਾ ਕੰਮ ਜਾਂ ਕੁਝ ਇਸ ਤਰ੍ਹਾਂ ਦਾ ਕੁਝ ਤੁਸੀਂ ਦੱਸਣਾ ਚਾਹੋਗੇ ਜਿਹੜੀ ਕਿ ਤੁਸੀਂ ਆਪਣੇ ਤੌਰ ਤੇ ਕਰਵਾਇਆ? ਦੇਖੋ, ਜਿਹੜੇ ਡਿਵੈਲਪਮੈਂਟ ਵਰਕਸ ਹਨ ਜੀ, ਆਲਮੋਸਟ ਜਿੰਨੇ ਵੀ ਗੁਰਦੁਆਰਾ ਸਾਹਿਬ ਸਾਡੇ ਕਸ਼ਮੀਰ ਦੇ ਹਿਸਟੋਰੀਕਲ ਗੁਰਦੁਆਰਾ ਸਾਹਿਬ, ਜਿਸ ਦੇ ਵਿੱਚ ਡੇਰੀ ਸਾਹਿਬ ਹੈ ਤਰਾਲ ਦੇ ਵਿੱਚ, ਜਿੱਥੇ ਟਿੱਬੀ ਸਾਹਿਬ ਗੁਰਦੁਆਰਾ ਸਈਮੂ ਦੇ ਵਿੱਚ ਹੈ, ਜਾਂ ਤਪਿਆਨਾ ਸਾਹਿਬ ਗੁਰਦੁਆਰਾ ਸਾਹਿਬ ਹੈ, ਜਾਂ ਊੜੀ ਸਾਹਿਬ ਗੁਰਦੁਆਰਾ ਦਾ ਮੇਨ ਪ੍ਰੋਜੈਕਟ ਰੋਡ ਪ੍ਰੋਜੈਕਟ ਜਿਹੜਾ ਹੈ, ਜਿਤਨੇ ਵੀ ਡਿਵੈਲਪਮੈਂਟਲ ਵਰਕਸ ਹਨ, ਜਾਂ ਕੁਝ ਪਿੰਡ ਐਸੇ ਹਨ ਜਿਨ੍ਹਾਂ ਨੂੰ 47 ਤੋਂ ਪਹਿਲੀ ਵਾਰ ਰੋਡ ਬਣਿਆ। ਸਾਡੇ ਤਰਾਲ ਦੇ ਵਿੱਚ ਇੱਕ ਗੜਪੁਰਾ ਵਿਲੇਜ ਹੈ ਜਿੱਥੇ ਅੱਜ ਤੱਕ 47 ਤੋਂ ਅੱਜ ਤੱਕ ਰੋਡ ਨਹੀਂ ਬਣਿਆ, ਅਸੀਂ ਮੈਗਨਮਾਈਜ਼ ਕੀਤਾ। ਕੋਸ਼ਿਸ਼ ਜਿਤਨੀ ਇੰਡੀਵਿਜੂਅਲ। ਕਿੰਨੇ ਸਿੱਖ ਪਿੰਡਾਂ ਦੇ ਕੰਮ ਹੋਏ ਨੇ ਮੇਰੇ ਹਿਸਾਬ ਨਾਲ? ਮੈਨੂੰ ਨਹੀਂ ਲੱਗਦਾ ਕਿ ਜਿਹੜੀ ਕਿਸੇ ਜਗ੍ਹਾ ਤੋਂ ਵੀ ਰਿਪਰੈਜ਼ੈਂਟੇਸ਼ਨ ਆਈ ਹੈ। ਈਵਨ ਜੰਮੂ, ਤੁਹਾਡਾ ਕਟਿਆਲ ਲੈ ਲਓ, ਤੁਹਾਡਾ ਸਿੰਬਲ ਕੈਂਪ ਲੈ ਲਓ, ਤੁਹਾਡਾ ਇੱਥੇ 에ਅਰਪੋਰਟ ਸਾਹਿਬ ਦਾ ਗੁਰਦੁਆਰਾ ਸਾਹਿਬ ਲੈ ਲਓ। ਪੀਡੀਪੀ ਦੇ ਦੌਰ ਵਿੱਚ ਸਿੱਖ ਕਮਿਊਨਿਟੀ ਦੀ ਸੁਣਵਾਈ ਹੈ ਸੀ? ਜਿਹੜੇ ਵੀ ਆਉਂਦੇ ਸਨ ਕੋਈ ਪੀਡੀਪੀ ਦੇ? ਦੇਖੋ, ਮੈਂ 100% ਸੁਣਵਾਈ ਨਹੀਂ ਕਹਾਂਗਾ, ਲੇਕਿਨ ਜਿਤਨੀ ਮੇਰੀ ਹੱਦ ਤੱਕ ਸੀ, ਮੇਰੇ ਹੱਥ ਦੌਰ ਵੀ ਸੀ, ਜਾਂ ਸਾਡੇ ਮਿਨਿਸਟਰ ਜਿਹੜੇ ਸਨ, ਇਵਨ ਨਾਟ ਮੈਂ ਪੀਡੀਪੀ ਦੀ ਗੱਲ ਕਰਾਂਗਾ, ਇਵਨ ਸਾਡੀ ਕੋਲੀਸ਼ਨ ਗਵਰਨਮੈਂਟ ਦੇ ਵਿੱਚ ਬੀਜੇਪੀ ਪੀਡੀਪੀ ਕੋਲੀਸ਼ਨ ਦੇ ਵਿੱਚ ਜਿੰਨੇ ਵੀ ਮਿਨਿਸਟਰ ਸਨ, ਆਲਮੋਸਟ ਸਰਦਾਰਾਂ ਦੀ ਸੁਣਵਾਈ ਸੀ। ਲੇਕਿਨ ਉਹ ਲੈਵਲ ਇਸ ਕਰਕੇ ਘੱਟ ਸੀ ਕਿਉਂਕਿ ਸਾਡੀ ਇਲੈਕਟਿਡ ਰਿਪਰੈਜ਼ੈਂਟੇਸ਼ਨ ਨਹੀਂ ਸੀ। ਦੇਖੋ, ਗਵਰਨਮੈਂਟਾਂ ਵੀ ਉਸ ਵਕਤ ਜਿਹੜੀ ਮਰਜ਼ੀ ਗਵਰਨਮੈਂਟ ਹੋਏ, ਉਹ ਪੀਡੀਪੀ ਦੀ ਹੋਏ, ਉਹ ਬੀਜੇਪੀ ਦੀ ਹੋਏ, ਉਹ ਕਾਂਗਰਸ ਦੀ ਹੋਏ, ਨੈਸ਼ਨਲ ਕਾਨਫਰੰਸ ਦੀ ਹੋਏ, ਵੇਟੇਜ ਗਵਰਨਮੈਂਟਾਂ ਦੇ ਕੋਲ ਤੁਹਾਡੇ ਵੋਟ ਦੀ ਹੈ, ਵੋਟ ਸ਼ੇਅਰ, ਵੋਟ ਸੈਕਰੀਫਾਈਸ ਤੇ ਯੂਨਿਟੀ। ਕਿ ਕਸ਼ਮੀਰੀ ਸਿੱਖਾਂ ਨੂੰ ਜਾਂ ਸਿੱਖ ਕਮਿਊਨਿਟੀ ਜੰਮੂ ਕਸ਼ਮੀਰ ਦੇ ਪੋਲੀਟੀਕਲ ਰਿਜ਼ਰਵੇਸ਼ਨ ਜ਼ਰੂਰੀ ਨਹੀਂ ਹੈ? ਬਹੁਤ ਜ਼ਿਆਦਾ। ਜਿਸ ਤਰ੍ਹਾਂ ਦੀ ਪਹਾੜੀ ਰਿਜ਼ਰਵੇਸ਼ਨ ਸਾਡੇ ਜੌਬ ਵਾਸਤੇ ਤੇ ਆਇਡੈਂਟੀ ਵਾਸਤੇ ਜ਼ਰੂਰਤ ਹੈ, ਪੋਲੀਟੀਕਲ ਰਿਜ਼ਰਵੇਸ਼ਨ ਮੇਰੀ ਅੱਜ ਵੀ ਐਡਮਿਨਿਸਟ੍ਰੇਸ਼ਨ ਨੂੰ ਤੁਹਾਡੇ ਥਰੂ ਅਪੀਲ ਰਹੇਗੀ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਾਦੀਆਂ ਦੇ ਵਿੱਚ ਗੁਰੂ ਮਹਾਰਾਜ ਦੇ ਵਕਤ ਤੋਂ ਇੱਕ ਮੁਸਲਮਾਨ ਵਾਸਤੇ ਸੀਟ ਰਿਜ਼ਰਵੇਸ਼ਨ ਹੈ, ਚਾਹੇ ਉਹ ਬੀਜੇਪੀ ਦਾ ਹੋਏ, ਚਾਹੇ ਉਧਰ ਕਾਂਗਰਸ ਦਾ ਹੋਏ, ਚਾਹੇ ਅਕਾਲੀ ਦਲ ਦਾ ਹੋਏ, ਤੇ ਉਸ ਏਰੀਏ ਤੋਂ ਜਿਹੜਾ ਵੀ ਇਲੈਕਸ਼ਨ ਲੜਦਾ ਹੈ, ਤੇ ਮੇਰਾ ਅਪੀਲ ਹੈ ਮੌਕੇ ਦੀ ਸਰਕਾਰ ਨੂੰ ਤੇ ਸਾਡੇ ਲੋਕਾਂ ਨੂੰ ਯੂਨਾਈਟ ਹੋ ਜਾਣਾ ਚਾਹੀਦਾ। ਤੇ ਇੱਕ ਡਿਮਾਂਡ ਇਹ ਵੀ ਬਹੁਤ ਜ਼ਰੂਰੀ ਹੈ ਕਿ ਰੋਟੇਸ਼ਨ ਬੇਸਿਸ ਤੇ ਇੱਕ ਸੀਟ ਕਸ਼ਮੀਰ ਪ੍ਰੋਵਿੰਸ ਦੇ ਵਿੱਚ ਤੇ ਇੱਕ ਸੀਟ ਜੰਮੂ ਪ੍ਰੋਵਿੰਸ ਦੇ ਵਿੱਚ ਰਿਜ਼ਰਵ ਰਹਿਣੀ ਚਾਹੀਦੀ ਸਰਦਾਰਾਂ ਵਾਸਤੇ, ਕਿ ਜਿੱਥੇ ਸਾਡੀ, ਕਿਉਂਕਿ ਅਸੀਂ ਸਾਡੀ ਗਿਣਤੀ ਦੇ ਤਹਿਤ, ਜਿਸ ਤਰ੍ਹਾਂ ਸਾਡੀ ਗਿਣਤੀ ਹੈ, ਸਾਡੇ ਵਾਸਤੇ ਬਹੁਤ ਮੁਸ਼ਕਿਲ ਹੈ ਕਿ ਇੱਕ ਸੀਟ ਕੱਢਣੀ। ਤੇ ਅਗਰ ਕਮਿਊਨਿਟੀ ਲੈਵਲ ਤੇ ਦੇਖਿਆ ਜਾਏ ਰਿਪਰੈਜ਼ੈਂਟੇਸ਼ਨ, ਹੁਣ ਜਿਹੜੀ ਰਿਪਰੈਜ਼ੈਂਟੇਸ਼ਨ ਸਾਡੀ ਹੈ ਇਸ ਵਕਤ, ਜਿਸ ਤਰ੍ਹਾਂ ਪੋਲੀਟੀਕਲ ਰਿਪਰੈਜ਼ੈਂਟੇਸ਼ਨ ਹੈ ਡਿਫਰੈਂਟ ਪਾਰਟੀਆਂ ਦੇ ਵਿੱਚ, ਕੁਝ ਐਕਟਿਵਿਸਟ, ਉਹਨਾਂ ਸਾਰਿਆਂ ਨੂੰ ਕੌਮ ਵਾਸਤੇ ਤੇ ਸਾਰੀ ਪੋਲੀਟੀਕਲ ਆਈਡੀਓਲੋਜੀ ਨੂੰ ਇੱਕ ਤਰਫ ਰੱਖ ਕੇ ਕੌਮ ਵਾਸਤੇ ਐਜ਼ ਅ ਗੁਰੂ ਗੋਬਿੰਦ ਸਿੰਘ ਦੇ ਸਿੱਖ ਇੱਕ ਕਮਿਊਨਿਟੀ ਵਿੱਚ ਬੈਠ ਕੇ ਕੋਈ 10 ਮੈਂਬਰ, ਕੋਈ 15 ਮੈਂਬਰੀ ਕਮੇਟੀ ਬਣਾ ਕੇ, ਇੱਕ ਪ੍ਰੈਸ਼ਰ ਗਰੁੱਪ ਬਣਾ ਕੇ ਗਵਰਨਮੈਂਟ ਆਫ ਇੰਡੀਆ ਨੂੰ ਇਸ ਵਕਤ ਪ੍ਰੈਸ਼ਰ ਕਰਨਾ ਚਾਹੀਦਾ, ਇੱਕ ਰਿਕੁਐਸਟ ਕਰਨੀ ਚਾਹੀਦੀ ਹੈ ਕਿ ਸਾਡੀ ਜਿਹੜੀ ਕੌਮ ਹੈ, ਤੁਸੀਂ ਬੁੱਧਿਸਟਾਂ ਨੂੰ ਯੂਟੀ ਦੇ ਛੱਡੀ, ਉਹ 1.5 ਲੱਖ ਉਹਨਾਂ ਦੀ ਆਬਾਦੀ ਹੈ, ਤੁਸੀਂ ਪਹਾੜੀਆਂ ਨੂੰ ਪਹਾੜੀ ਰਿਜ਼ਰਵੇਸ਼ਨ ਦੇ ਛੱਡੀ, ਤੁਸੀਂ ਐਸਸੀਜ਼ ਨੂੰ ਆਪਣੀ ਰਿਜ਼ਰਵੇਸ਼ਨ ਦੇ ਛੱਡੀ, ਲੇਕਿਨ ਇੱਕ ਵਾਹਿਦ ਕੌਮ ਸਿੱਖ ਕੌਮ ਹੈ, ਕਸ਼ਮੀਰੀ ਪੰਡਤਾਂ ਨੂੰ ਆਪਣੀ ਰਿਜ਼ਰਵੇਸ਼ਨ ਹੈ, ਚਾਹੇ ਉਹ 520 ਆਰਟੀਕਲ ਹੈ, SRO ਹੈ, ਜਾਂ ਉਸ ਤੋਂ ਬਾਅਦ ਵਾਲਾ ਜਿਹੜਾ SRO ਹੈ ਜਿਹੜਾ ਪੋਲੀਟੀਕਲ ਮਾਈਗ੍ਰੈਂਟਸ ਨੂੰ ਮਿਲਦੇ ਨੇ। ਗੁਰਦਿਆਲ ਜੀ, ਇੱਕ ਮੈਂ ਵਿੱਚ ਗੱਲ ਇਹ ਵੀ 520 ਵਾਲੀ ਕਰਨਾ ਚਾਹੁੰਦਾ, ਜਿਹੜੀ ਰਿਜ਼ਰਵੇਸ਼ਨ 500 ਪੋਸਟਾਂ ਡਿਊਰਿੰਗ ਸਾਡੀ ਗਵਰਨਮੈਂਟ ਦੇ ਦੌਰਾਨ ਪੰਡਤਾਂ ਵਾਸਤੇ ਸੁਪਰੀਮ ਕੋਰਟ ਤੋਂ ਆਰਡਰ ਆਇਆ ਸੀ, ਤੇ ਅਨਫੋਰਚੂਨੇਟਲੀ ਉਸ ਵਕਤ ਗਵਰਨਮੈਂਟ ਚਲੀ ਗਈ। ਲੇਕਿਨ ਅੱਜ ਵੀ ਅਗਰ ਉਹ ਫਾਈਲ ਦੇਖੀ ਜਾਏ, ਫਾਈਲ ਦੇ ਵਿੱਚ ਚੀਫ ਮਿਨਿਸਟਰ ਸਾਹਿਬਾ ਮਹਿਬੂਬਾ ਜੀ ਨੇ 100 ਸੀਟ ਸਿੱਖਾਂ ਵਾਸਤੇ ਰਿਕਮੈਂਡ ਕੀਤੀ ਸੀ। ਉਸ ਦੇ ਵਿੱਚ ਆਊਟ ਆਫ 500 ਜਿਹੜੀ 520 ਸੀਟਾਂ ਸਪੈਸ਼ਲੀ ਇੰਟਰਨਲੀ ਡਿਸਪਲੇਸਡ ਕਸ਼ਮੀਰੀ ਪੰਡਿਤ ਵਾਸਤੇ ਰਿਕਮੈਂਡ ਹੋਈ ਸੀ ਸੁਪਰੀਮ ਕੋਰਟ ਤੋਂ, ਤੇ ਮੈਡਮ ਨੇ ਉਸ ਦੇ ਵਿੱਚ ਨੋਟ ਲਿਖਿਆ ਸੀ ਕਿ ਮੇਰੀ ਸਜੈਸ਼ਨ ਹੈ ਜੀ ਕਿ ਬੜੀ ਛੋਟੀ ਮਾਈਕ੍ਰੋਸਕੋਪਿਕ ਮਾਈਨੋਰਟੀ ਹੈ ਇੱਥੇ, 100 ਸੀਟ ਉਸ ਦੇ ਵਿੱਚ ਸਿੱਖਾਂ ਵਾਸਤੇ ਰਿਜ਼ਰਵ, ਬਟ ਅਨਫੋਰਚੂਨੇਟਲੀ ਗਵਰਨਮੈਂਟ ਚਲੀ ਗਈ, ਉਹ ਫਾਈਲ ਜਿਉਂ ਦੀ ਤੂੰ ਰਹਿ ਗਈ, ਤੇ ਉਸ ਦੇ ਵਿੱਚ ਸਾਡਾ
ਨੁਕਸਾਨ ਹੋ ਗਿਆ ਤੇ ਕੋਰਟ ਨੇ ਸਾਡੇ ਅਗੇਂਸਟ ਦੇ ਛੱਡਿਆ। ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਅਗਰ ਅਸੀਂ ਗੁਰਦੁਆਰਾ ਇਲੈਕਸ਼ਨ ਦੀ ਗੱਲ ਕਰਦੇ ਹਾਂ, 6 ਮਹੀਨੇ ਉਹਨਾਂ ਦੇ 5 ਸਾਲ ਪੂਰੇ ਹੋ ਚੁੱਕੇ ਨੇ, 3 ਮਹੀਨੇ ਦੀ ਐਕਸਟੈਂਸ਼ਨ ਮਿਲ ਚੁੱਕੀ ਹੈ ਉਹਨਾਂ ਨੂੰ, ਤੇ ਕੀ ਤੁਹਾਨੂੰ ਲੱਗਦਾ ਹੈ ਕਿ 3 ਮਹੀਨੇ ਦੀ ਐਕਸਟੈਂਸ਼ਨ ਦੇਣ ਤੋਂ ਬਾਅਦ ਅੱਜ ਹਾਈ ਕੋਰਟ ਨੇ ਵੀ ਕੱਲ ਦੇ ਦਿੱਤਾ ਕਿ ਉਹਦੇ ਉੱਪਰ ਜਿਹੜੇ ਸਾਡੇ ਡੀਸੀ ਸਾਹਿਬ ਨੇ ਉਹ ਮੋਨੀਟਰ ਕਰਨਗੇ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਦੇਖੋ, ਇਹ ਪਹਿਲੇ ਹੀ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਹੋਈ ਦੀ ਹੈ ਕਿ ਜੇ ਗੁਰਦੁਆਰਾ ਕਮੇਟੀਆਂ ਡਿਜ਼ਾਲਵ ਹੁੰਦੀਆਂ ਨੇ, ਗੁਰਦੁਆਰਾ ਕਮੇਟੀਆਂ ਦਾ ਟੈਨਵਰ ਖਤਮ ਹੁੰਦਾ ਤੇ ਇੱਕ ਐਡਮਿਨਿਸਟ੍ਰੇਟਰ ਗਵਰਨਮੈਂਟ ਹਮੇਸ਼ਾ ਅਪਾਇੰਟ ਕਰਦੀ ਹੈ ਤੇ ਐਡਮਿਨਿਸਟ੍ਰੇਟਰ ਦੇ ਅੰਡਰ ਆਉਂਦਾ। ਲੇਕਿਨ ਸਾਡੀ ਸਾਰਿਆਂ ਦੀ ਇੱਕ ਰਿਕੁਐਸਟ ਰਹੀ ਗਵਰਨਮੈਂਟ ਨੂੰ, ਐਡਮਿਨਿਸਟ੍ਰੇਸ਼ਨ ਨੂੰ, ਇਵਨ ਜਥੇਦਾਰ ਅਕਾਲ ਤਖਤ ਸਾਹਿਬ ਦਾ ਵੀ ਫਰਮਾਨ ਆਇਆ ਤੇ ਉਸ ਤੋਂ ਬਾਅਦ ਐਸਜੀਪੀਸੀ ਪੰਜਾਬ ਨੇ ਵੀ ਚਿੱਠੀ ਲਿਖੀ ਸੀ ਲੈਫਟੀਨੈਂਟ ਗਵਰਨਰ ਨੂੰ ਕਿ ਚੂੰਕਿ ਜਿਹੜੀ ਇਹ ਕਮੇਟੀ ਹੈ ਆਲਰੇਡੀ ਤੇ ਇਹਨਾਂ ਨੂੰ ਐਕਸਟੈਂਸ਼ਨ ਦਿੱਤੀ ਜਾਏ ਟਿਲ ਇਲੈਕਸ਼ਨਸ। ਪਰ ਡਾਕਟਰ ਸਾਹਿਬ, ਅੱਜ ਤੱਕ ਇਹਨਾਂ ਦਾ ਆਡਿਟ ਨਹੀਂ ਹੋਇਆ ਦਾ, ਕਿਉਂਕਿ ਹਰ 6 ਮਹੀਨੇ ਬਾਅਦ ਆਡਿਟ ਦਾ ਇੱਕ ਗੁਰਦੁਆਰਾ ਐਕਟ ਵਿੱਚ ਆਡਿਟ ਦਾ ਦੱਸਿਆ ਜਾਂਦਾ ਕਿ 6 ਮਹੀਨੇ ਦਾ ਆਡਿਟ ਹੋਣਾ, ਪਰ 5 ਸਾਲ ਵਿੱਚ ਅੱਜ ਤੱਕ ਇੱਕ ਵਾਰੀ ਵੀ ਆਡਿਟ ਨਹੀਂ ਹੋਇਆ ਦਾ। ਗੁਰਦਿਆਲ ਜੀ, ਸਭ ਤੋਂ ਬੜੀ ਬਦਕਿਸਮਤੀ ਵਾਲੀ ਗੱਲ ਹੈ ਕਿ ਜਿਹੜੀ ਗੁਰਦੁਆਰਾ ਪੋਲਿਟਿਕਸ ਹੈ, ਇਸ ਦਾ ਮਕਸਦ ਹੈ ਗੁਰਦੁਆਰਾ ਅਫੇਅਰ ਤੇ ਗੁਰਦੁਆਰੇ ਦੇ ਕਾਮ ਜਾਮ ਨੂੰ ਨਜ਼ਰ ਰੱਖਣਾ, ਲੇਕਿਨ ਇਹ ਸਾਡੇ ਰਿਪਰੈਜ਼ੈਂਟੇਟਿਵ ਵੀ ਬਣ ਗਏ ਨੇ, ਇਹ ਸਾਡੇ ਐਮਐਲਏ ਵੀ ਬਣ ਗਏ ਨੇ ਤੇ ਅਨਫੋਰਚੂਨੇਟ ਹੈ ਜਦ ਗਵਰਨਮੈਂਟ ਨੂੰ ਕਿਸੇ ਵਕਤ ਕਹਿੰਦੇ ਆ ਜੀ ਕਿ ਸਾਡੇ ਰਿਪਰੈਜ਼ੈਂਟੇਟਿਵ ਅਸੀਂ ਗੱਲ ਕਰਨੀ, ਉਹ ਕਹਿੰਦੇ ਜੀ ਤੁਹਾਡੇ ਰਿਪਰੈਜ਼ੈਂਟੇਟਿਵ ਆਲਰੇਡੀ ਗੱਲ ਕਰ ਗਏ ਨੇ, ਉਹ ਗੁਰਦੁਆਰਾ ਕਮੇਟੀ ਹੁੰਦੀ ਹੈ। ਦੇਖੋ, ਸਾਡੀ ਆਪਣੀ ਘਾਟ ਰਹੀ ਦੀ ਹੈ ਕਿਉਂਕਿ ਗੁਰਦੁਆਰਾ ਕਮੇਟੀ ਦੇ ਵਿੱਚ ਵੀ ਅਸੀਂ ਉਹਨਾਂ ਲੋਕਾਂ ਨੂੰ ਮੌਕਾ ਦਿੰਦੇ ਹਾਂ ਕਿ ਜਿਹੜੇ ਆਪਣੇ ਪਰਸਨਲ ਮਕਸਦਾਂ ਵਾਸਤੇ ਕੰਮ ਕਰਦੇ ਨੇ। ਬੜੇ ਘੱਟ ਲੋਕ ਹਨ ਜਿਹੜੇ। ਸਭ ਤੋਂ ਬਦਕਿਸਮਤੀ ਵਾਲੀ ਗੱਲ ਹੈ ਕਿ ਗੁਰਦੁਆਰਾ ਐਕਟ ਦੇ ਵਿੱਚ ਇਹ ਵੀ ਹੈ ਕਿ ਜਿਹੜਾ ਗੁਰਦੁਆਰਾ ਮੈਂਬਰ ਉੱਠੇ ਉਹ ਅੰਮ੍ਰਿਤਧਾਰੀ ਹੋਣਾ ਚਾਹੀਦਾ ਤੇ ਲੇਕਿਨ ਬੜੇ ਅਫਸੋਸ ਦੀ ਗੱਲ ਹੈ ਕਿ ਮੈਨੂੰ ਨਹੀਂ ਲੱਗਦਾ ਕਿ 80% ਲੋਕ ਵੀ ਸ਼ਾਇਦ ਅੰਮ੍ਰਿਤਧਾਰੀ ਹੋਣਗੇ। ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਤੁਸੀਂ ਤਰਾਲ ਤੋਂ ਬਿਲੋਂਗ ਕਰਦੇ ਹੋ ਤੇ ਤਰਾਲ ਗੁਰਦੁਆਰਾ ਵਿੱਚ ਸੁਣਨ ਵਿੱਚ ਸਾਨੂੰ ਆਇਆ ਸੀ, ਸਾਡੇ ਕੋਲ ਜਿਹੜਾ ਪੁੱਛਿਆ ਕਿ ਉੱਥੇ 2-2 ਤਾਲੇ ਲੱਗੇ ਦੇ ਨੇ ਗੁਰਦੁਆਰਿਆਂ ਦੇ। ਇੱਕ ਹੀ ਬਦਕਿਸਮਤੀ ਹੈ ਕਿ ਗੁਰਦੁਆਰੇ ਦੇ ਕਮੇਟੀਆਂ ਦੇ ਵਿੱਚ 2-2 ਤਾਲੇ ਲਗਾਣੇ। ਇਹ ਸਾਡੀ ਸਿੱਖ ਕੌਮ ਦੀ ਬਹੁਤ ਬਦਕਿਸਮਤੀ ਹੈ, ਬਹੁਤ ਜ਼ਿਆਦਾ, ਕਿਉਂਕਿ ਮੈਂ ਤੁਹਾਨੂੰ ਫਿਰ ਕਹਿ ਰਿਹਾ ਨਾ ਕਿ ਜੇ ਅਸੀਂ ਕਿਰਦਾਰ ਵਾਲੇ ਲੋਕ ਗੁਰਦੁਆਰਾ ਇਲੈਕਸ਼ਨ ਵਿੱਚ ਅੱਗੇ ਲਿਆਈਏ, ਕਿਰਦਾਰ ਵਾਲੇ 2 ਤਾਲੇ ਲੱਗੇ ਦੇ ਨੇ, ਲੱਗੇ ਤੇ ਲੜਾਈ ਚੱਲ ਰਹੀ ਹੈ। ਦੇਖੋ, ਜਿਹੜਾ ਪੈਸਾ ਕਿਸ ਦਾ ਜ਼ਾਇਆ ਹੋ ਰਿਹਾ, ਪੈਸਾ ਕੌਣ ਸੰਗਤ ਦਾ ਜ਼ਾਇਆ ਹੋ ਰਿਹਾ, ਜ਼ਬਰਦਸਤੀ ਕਬਜ਼ਾ ਹੋਇਆ ਦਾ ਗੁਰਦੁਆਰੇ ਤੇ, ਜ਼ਬਰਦਸਤੀ। ਜਿਹੜੇ ਕਿ ਮੈਂਬਰ ਇੱਕ ਡੀਸੀ ਆਫਿਸ ਤੋਂ ਆਰਡਰ ਨਿਕਲੇ ਦਾ ਕਿ ਜਿਹੜੀ ਇਹ ਕਮੇਟੀ ਹੈ, ਕਮੇਟੀ ਦੇ ਵਿੱਚ ਜਿਸ ਦੀ ਮੈਜੋਰਟੀ ਹੈ ਤੇ ਉਹ ਪ੍ਰੈਜ਼ੀਡੈਂਟ ਰਹੇਗਾ, ਉਸ ਦੀ ਦੇਖ ਰੇਖ ਵਿੱਚ ਰਹੇਗਾ। ਲੇਕਿਨ ਜੋ ਪੁਰਾਣੇ ਵਾਲੇ ਪ੍ਰੈਜ਼ੀਡੈਂਟ ਹਨ ਤੇ ਉਹ ਕਹਿੰਦੇ ਨੇ ਕਿ ਨਹੀਂ ਜੀ ਮੈਂ ਪ੍ਰੈਜ਼ੀਡੈਂਟ। ਦੇਖੋ, ਕਿਸੇ ਨੂੰ ਕ੍ਰਿਟਿਸਾਈਜ਼ ਕਰਨਾ ਜਾਂ ਨਹੀਂ ਕਰਨਾ ਇਹ ਸਾਡੀ ਬਦਕਿਸਮਤੀ ਹੈ ਕਿਉਂਕਿ ਮੈਂ ਮੈਂਬਰ ਬਣਾਉਣ ਵਾਸਤੇ ਕੰਸੈਂਟ ਦਿੱਤੀ ਦੀ ਹੈ, ਮੇਰਾ ਵੋਟ ਪਏਦਾ, ਠੀਕ ਹੈ। ਸਾਡੇ ਜੈਸੇ ਲੋਕ ਜਿਹੜੇ ਨਾ, ਅਸੀਂ ਵੋਟ ਪਾਉਂਦੇ ਹਾਂ, ਅਸੀਂ ਉਸ ਵਕਤ ਇਹ ਨਹੀਂ ਸੋਚਦੇ ਵੋਟ ਕਿਸ ਨੂੰ ਪਾਣਾ, ਅਸੀਂ ਉਸ ਵਕਤ ਰਿਸ਼ਤੇਦਾਰੀ ਵਿੱਚ ਆ ਗਏ, ਅਸੀਂ ਉਸ ਵਿੱਚ ਦੇਖਾ ਦੇਖੀ ਵਿੱਚ ਆ ਗਏ ਜਾਂ ਅੱਛੇ ਲੋਕ ਸਭ। ਇਹ ਵੀ ਮੇਰੀ ਇੱਕ ਰਿਕੁਐਸਟ ਹੈ ਸਾਰੇ ਯੂਥ ਦੀ ਸਾਡੇ, ਕਿਉਂਕਿ ਮੈਂ ਗੁਰਦੁਆਰਾ ਪੋਲਿਟਿਕਸ ਤੋਂ ਬਹੁਤ ਦੂਰ ਹਾਂ। ਮੇਰੀ ਰਿਕੁਐਸਟ ਹੈ ਕਿ ਜਿਹੜੇ ਨੌਜਵਾਨ ਯੂਥ ਹੈ, ਪੜ੍ਹੇ ਲਿਖੇ ਲੋਕ ਹਨ, ਬੁੱਧੀਜੀਵੀ ਲੋਕ ਹਨ, ਅੰਮ੍ਰਿਤਧਾਰੀ ਲੋਕ ਹਨ, ਅੱਗੇ ਆਉਣ। ਸਾਡੇ ਕੋਲ ਹੁਣ ਮੌਕਾ ਹੈ ਬੜੀ ਦੇਰ ਬਾਅਦ। ਜਿਸ ਤਰ੍ਹਾਂ ਮੇਰੇ ਹਿਸਾਬ ਨਾਲ ਗੁਰਦੁਆਰਿਆਂ ਤੇ ਲੋਕ ਕਾਬਿਜ਼ ਹੋ ਗਏ ਨੇ, ਇਹ ਕਬਜ਼ਾ ਹੈ, ਇਹ ਇੱਕ ਨਾਜਾਇਜ਼ ਕਬਜ਼ਾ ਚੱਲ ਰਿਹਾ ਗੁਰਦੁਆਰਿਆਂ ਤੇ ਮੇਰੀ ਰਿਕੁਐਸਟ ਹੈ ਕਿ ਅੱਗੇ ਅੱਛੇ ਲੋਕ ਆਉਣ। ਮੇਰੀ ਵੀ ਕੋਸ਼ਿਸ਼ ਰਹੇਗੀ ਐਜ਼ ਸੋਸ਼ਲ ਐਕਟਿਵਿਸਟ, ਪੋਲੀਟੀਕਲ ਐਕਟਿਵਿਸਟ, ਤੁਹਾਨੂੰ ਵੀ ਆਉਣਾ ਚਾਹੀਦਾ ਤੇ ਸਾਡੇ ਬਹੁਤ ਸਾਰੇ ਲੋਕ ਹਨ, ਸਾਡੇ ਐਕਟਿਵਿਸਟ ਹਨ ਜਿਹੜੇ ਕੰਮ ਕਰ ਰਹੇ ਨੇ ਇਸ ਵਕਤ, ਜਿਹੜੇ ਕੋਵਿਡ ਦੇ ਵਿੱਚ ਕੰਮ ਕਰ ਰਹੇ ਨੇ, ਸਾਡੇ ਬਹੁਤ ਸਾਰੇ ਡਾਕਟਰ ਹਨ, ਬਹੁਤ ਸਾਰੀ ਆਰਗੇਨਾਈਜੇਸ਼ਨਸ। ਤੇ ਇਹ ਜਿਹੜੇ ਉਹਨੇ ਨਜ਼ਰਅੰਦਾਜ਼ ਉਹਨਾਂ ਨੇ ਕੀਤਾ ਦਾ ਆਰਡਰ ਨੂੰ, ਤੇ ਆਰਡਰ ਨਜ਼ਰਅੰਦਾਜ਼ ਕਰਨ ਤੇ ਵੀ ਉਹਨਾਂ ਨੂੰ ਕੋਈ ਕਾਰਵਾਈ ਉਹਨਾਂ ਦੇ ਖਿਲਾਫ ਨਹੀਂ ਹੋਈ। ਗੁਰਦਿਆਲ ਸਿੰਘ ਜੀ, ਸਭ ਤੋਂ ਬੜੀ ਗੱਲ ਹੈ ਕਿ ਸਾਡਾ ਜ਼ਮੀਰ ਮਰ ਗਿਆ ਦਾ ਜਦ ਅਸੀਂ ਬੋਲਦੇ ਹੀ ਨਹੀਂ ਹੈ। ਸੰਗਤ ਨੇ ਬੋਲਣਾ ਹੈ, ਸੰਗਤ ਦਾ ਫੈਸਲਾ ਹੈ। ਸਾਡੇ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਤੇ ਸਾਡੇ ਗੁਰੂ ਦੇ ਅਨੁਸਾਰ, ਅਕਾਲ ਤਖਤ ਦੇ ਅਨੁਸਾਰ ਸੰਗਤ ਦਾ ਫੈਸਲਾ ਸਭ ਤੋਂ ਵੱਡਾ ਫੈਸਲਾ ਹੈ। ਸੰਗਤ ਫੈਸਲਾ ਲੈਣ ਨੂੰ ਤਿਆਰ ਹੀ ਨਹੀਂ ਹੈ। ਸੰਗਤ ਗੁਰਦੁਆਰਾ ਫੇਰ ਨੂੰ ਜਦ ਸੰਗਤ ਸਾਹਮਣੇ ਆਏਗੀ ਤਾਂ ਕੋਈ ਫੈਸਲਾ ਹੋਏਗਾ। ਤੇ ਉਹ 2-2 ਤਾਲੇ ਆਪਣੇ ਲਗਾ ਕੇ ਕਿ ਆਪਣੇ ਜ਼ਾਤੀ ਫਾਇਦਾ ਨਹੀਂ ਲੱਗਦਾ ਕਿ ਅਗਰ ਗੁਰਦੁਆਰਾ ਸਾਹਿਬ ਦੇ ਉੱਪਰ ਇਸ ਤਰ੍ਹਾਂ ਕਰਦੇ ਨੇ, ਉਸ ਨਾਲ ਤੇ ਸਿੱਧਾ ਪਤਾ ਲੱਗਦਾ ਕਿ ਆਪਣੇ ਕੋਈ ਜ਼ਾਤੀ ਫਾਇਦਾ ਹੋਣਾ। ਬਿਲਕੁਲ ਜ਼ਾਤੀ ਫਾਇਦਾ ਹੈ। ਨਹੀਂ ਤੇ ਕੀ ਹੈ ਕਿ ਜਿਹੜੇ 80-85 ਸਾਲ ਦੀ ਉਮਰ ਦੇ ਲੋਕ ਅੱਜ ਵੀ ਗੁਰਦੁਆਰਿਆਂ ਤੇ ਬੈਠੇ ਕਬਜ਼ਾ ਕਰਕੇ ਬੈਠੇ ਦੇ ਨੇ, ਅੱਜ ਵੀ ਕਹਿੰਦੇ ਨੇ ਅਸੀਂ ਪ੍ਰੈਜ਼ੀਡੈਂਟ ਬਣਨਾ, ਅਸੀਂ ਮੈਂਬਰ ਬਣਨਾ। ਜਿਸ ਦੀ ਉਮਰ 70 ਸਾਲ ਤੋਂ ਉੱਪਰ ਹੋ ਗਈ ਉਸ ਬੰਦੇ ਨੇ ਗੁਰਦੁਆਰਾ ਅਫੇਅਰ ਵਿੱਚ ਕੀ ਕਰਨਾ? ਲੋਕਾਂ ਦੀ ਦੇਣ ਕੀ ਹੈ ਸਾਡੀ ਕੌਮ ਨੂੰ? ਬਸ ਇਹੋ ਜਿਹੜਾ ਦੇਖ ਰਹੇ ਹੋ, ਜਿਹੜੀ ਇਗਨੋਰੈਂਸ ਹੈ, ਜਿਹੜਾ ਅੱਜ ਤੁਸੀਂ ਕਹਿ ਰਹੇ ਹੋ। ਜਦੋਂ ਤੁਸੀਂ ਕਿਹਾ 70 ਸਾਲ 80 ਸਾਲ ਉਹਨਾਂ ਦੀ ਉਮਰ ਹੈ, 70 ਸਾਲ 80 ਸਾਲ ਕਿੰਨੇ ਸਾਲ ਤੇ ਹੋ ਰਹੇ ਹੋਣੇ ਇਨ ਕਮੇਟੀਆਂ ਵਿੱਚ, ਤੇ ਅੱਜ ਤੱਕ ਉਹਨਾਂ ਦੇ ਕੀ ਕੌਮ ਵਾਸਤੇ ਕੀਤਾ ਦਾ, ਕਿ ਬੱਚਿਆਂ ਵਾਸਤੇ ਜੋ ਤੁਸੀਂ ਇਸ ਵਕਤ ਪੁੱਛ ਰਹੇ ਸੋ ਕਿ ਸਾਡੀ ਇਗਨੋਰੈਂਸ ਸਾਨੂੰ ਪਾਰਟੀਆਂ ਨੇ ਕਿਉਂ ਨਹੀਂ ਦਿੱਤਾ, ਦੇਣ ਇਹਨਾਂ ਦੀ ਹੈ। ਆਪਣੇ ਘਰਾਂ ਦੇ ਮੁਲਾਜ਼ਮ, ਆਪਣੇ ਲੋਕ ਐਡਜਸਟ, ਆਪਣੀਆਂ ਟ੍ਰਾਂਸਫਰਾਂ ਗੁਰਦੁਆਰਿਆਂ ਦੇ ਨਾਂ ਤੇ, ਇਹ ਸਾਰਾ ਕੁਝ ਬਿਜ਼ਨਸ ਅੱਜ ਤੱਕ ਚੱਲਦਾ ਰਿਹਾ ਜੀ। ਨਾ ਨਹੀਂ ਲਾਂਗਾ,
ਕਬਜ਼ੇ ਵੀ ਕੀਤੇ, ਘਰਾਂ ਦੇ ਮੁਲਾਜ਼ਮ ਵੀ ਲਗਾਏ, ਸਿੱਖ ਕੌਮ ਨੂੰ ਵੀ ਵੇਚਿਆ, ਸਭ ਕੁਝ ਕੀਤਾ ਤੇ ਇਹ ਗੁਰਦੁਆਰਿਆਂ ਦੇ ਲੀਡਰ ਬਣ ਕੇ, ਕਿਉਂਕਿ ਕਿਉਂਕਿ ਕਿਸ ਤਰ੍ਹਾਂ ਖਤਮ ਹੋਏਗਾ ਇਹ ਖਤਮ ਹੋਏਗਾ ਯੂਥ ਨੂੰ ਅੱਗੇ ਆਣਾ। ਤੁਹਾਡੇ ਜੈਸੇ ਇਹ ਖਤਮ ਨਹੀਂ ਹੁੰਦਾ ਤਦ ਤੱਕ ਸਾਡੀ ਯੂਥ ਦਾ ਕੁਝ ਨਹੀਂ ਹੋ ਸਕਦਾ। ਬਿਲਕੁਲ ਕੁਝ ਨਹੀਂ ਹੋ ਸਕਦਾ, ਬਿਲਕੁਲ ਕੁਝ ਨਹੀਂ ਹੋ ਸਕਦਾ, ਕਿਉਂਕਿ ਬਾਈ ਡਿਫਾਲਟ ਗੁਰਦੁਆਰਾ ਕਮੇਟੀਆਂ ਇਲੈਕਟਿਡ ਰਿਪਰੈਜ਼ੈਂਟੇਟਿਵ ਮਨੀ ਜਾਂਦੀਆਂ ਨੇ ਗਵਰਨਮੈਂਟ ਦੀ ਬੁੱਕ ਵਿੱਚ। ਹਾਲਾਂਕਿ ਗੁਰਦੁਆਰਾ ਅਫੇਅਰ ਵਿੱਚ ਐਸੀ ਕੋਈ ਚੀਜ਼ ਨਹੀਂ ਹੈ। ਔਰ ਦੂਜੀ ਗੱਲ ਹੈ ਗੁਰਦਿਆਲ ਜੀ, ਗੁਰਦੁਆਰਾ ਕਮੇਟੀਆਂ ਨੂੰ, ਯੂਥ ਆਰਗੇਨਾਈਜੇਸ਼ਨਾਂ ਨੂੰ ਜਿਹੜੇ ਇਸ ਵਕਤ ਸਾਰੇ ਨਵੇਂ ਬਣਨ ਵਾਲੇ ਨੇ, ਸਾਨੂੰ ਇੱਕ ਹੋਰ ਮੌਕਾ ਹੈ ਇਸ ਵਕਤ ਡਿਲਿਮਿਟੇਸ਼ਨ ਦਾ, ਕਿਉਂਕਿ ਡਿਲਿਮਿਟੇਸ਼ਨ 3 ਮਹੀਨੇ ਦਾ ਸਾਡੇ ਕੋਲ ਟਾਈਮ ਮਿਲ ਗਿਆ ਇਲੈਕਸ਼ਨ ਦਾ। ਫਾਈਨੈਂਸ਼ੀਅਲ ਕਮਿਸ਼ਨਰ ਪਵਨ ਕੋਤਵਾਲ ਜੀ, ਮੈਂ ਉਹਨਾਂ ਦੇ ਆਫਿਸ ਗੱਲ ਵੀ ਕੀਤੀ ਸੀ, ਉਹ ਕਹਿੰਦੇ ਨੇ ਕਿ ਤੁਹਾਡੀਆਂ ਦਰਖਾਸਤਾਂ ਅਗਰ ਆਉਣਗੀਆਂ ਕਿਸੇ ਜਗ੍ਹਾ ਜਿਸ ਤਰ੍ਹਾਂ ਬੜਾ ਪਿੰਡ ਹੈ, ਬੜਾ ਹੈਬਿਟੇਟ ਹੈ, ਤੇ ਉਧਰ ਪਿਛਲੇ 70 ਸਾਲ ਤੋਂ ਜਾਂ 40 ਸਾਲ ਜਾਂ 30 ਸਾਲ ਤੋਂ ਕੋਈ ਡਿਲਿਮਿਟੇਸ਼ਨ ਨਹੀਂ ਹੋਈ ਦੀ ਸੀਟਾਂ ਦੀ, ਤੇ ਉਹ ਵੀ ਹੋ ਸਕਦੀ ਹੈ। ਤੇ ਇਸ ਵਿੱਚ ਸਾਨੂੰ ਨਹੀਂ ਚਾਹੀਦਾ ਕਿ ਕਮਿਸ਼ਨਰ ਸਾਹਿਬ ਨੂੰ ਜਾਂ ਡੀਸੀ ਸਾਹਿਬ ਨੂੰ ਇਹ ਦੱਸਣਾ ਕਿ ਜਿਹੜੀ ਵੀ ਉਹ ਆਡਿਟ ਕਰਵਾਉਣ, ਆਡਿਟ ਵਿੱਚ ਉਹਨਾਂ ਟੀਮਾਂ ਕੋਲੋਂ ਆਡਿਟ ਕਰਵਾਉਣ ਜਿਨ੍ਹਾਂ ਦੇ ਉੱਪਰ ਉਂਗਲੀ ਨਾ ਚੁੱਕੀ ਜਾਏ, ਜਿਹੜੇ ਕਿ ਬਿਲਕੁਲ ਇਮਾਨਦਾਰ। ਗੁਰਦਿਆਲ ਜੀ, ਅਗਰ ਇਸ ਦੇ ਵਿੱਚ ਜਿਸ ਤਰ੍ਹਾਂ ਆਡਿਟ ਨਹੀਂ ਹੋਏਗਾ, ਮੈਨੂੰ ਨੌਲੇਜ ਨਹੀਂ ਹੈ, ਤੁਹਾਡੇ ਤਰਫੋਂ ਮੈਨੂੰ ਪਤਾ ਚੱਲਿਆ ਕਿ ਆਡਿਟ ਨਹੀਂ ਹੋਏਗਾ, ਇਹ ਬੜੀ ਓਪਨਲੀ ਚੀਜ਼ ਹੈ। ਕ੍ਰਾਈਮ ਬ੍ਰਾਂਚ ACB ਨੂੰ ਕੇਸ ਜਾਣਾ ਚਾਹੀਦਾ, ACB ਜਾਂ ਕ੍ਰਾਈਮ ਬ੍ਰਾਂਚ ਨੂੰ ਇਨਵੈਸਟੀਗੇਟ ਕਰਨੀ ਚਾਹੀਦੀ ਹੈ ਕਿ ਅਗਰ ਅੱਜ ਤੱਕ ਇਤਨਾ ਸੰਗਤ ਦਾ ਪੈਸਾ ਗਏਦਾ, ਉਸ ਤੇ ਆਡਿਟ ਕਿਉਂ ਨਹੀਂ ਹੋਇਆ। ਇਹ ਸਾਡਾ ਪੈਸਾ ਹੈ, ਤੁਹਾਡਾ ਪੈਸਾ ਹੈ, ਮੇਰਾ ਪੈਸਾ ਹੈ। ਅਸੀਂ ਇਸ ਤੇ ਇੱਕ ਹਸਪੀਟਲ ਬਣਾ ਸਕਦੇ ਹਾਂ, ਇਸ ਪੈਸੇ ਤੇ ਕਾਲਜ ਬਣਾ ਸਕਦੇ ਹਾਂ, ਇਸ ਪੈਸੇ ਤੇ ਅੱਜ ਜਿਹੜਾ ਕੋਵਿਡ ਦੇ ਵਿੱਚ ਇੰਨਾ ਸਾਰਾ ਮਸਲਾ ਬਣੇਦਾ, ਤੇ ਸਾਡੇ ਕੋਲ ਇਸ ਵਕਤ ਅਗਰ ਆਰਗੇਨਾਈਜੇਸ਼ਨਾਂ ਨਹੀਂ ਹੋਣ, ਸੋਸ਼ਲ ਆਰਗੇਨਾਈਜੇਸ਼ਨਾਂ ਨਹੀਂ ਹੋਣ ਜਿਹੜੀਆਂ ਇਸ ਵਕਤ ਸਾਰੇ ਅਫੇਅਰ ਚਲਾ ਰਹੀ ਹੈ, ਜਿਹੜੀ ਈਵਨ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀਨਗਰ ਤੇ ਬੜਗਾਮ ਵਾਲਿਆਂ ਨੇ ਵੀ ਲੰਗਰ ਚਲਾਇਆ ਕੋਵਿਡ ਪੇਸ਼ੈਂਟਾਂ ਵਾਸਤੇ। ਦੇਖੋ, ਸਾਰੀਆਂ ਕਮੇਟੀਆਂ ਨੂੰ ਕਚਹਿਰੀ ਵਿੱਚ ਖੜਾ ਨਹੀਂ ਕਰ ਸਕਦੇ, ਲੇਕਿਨ ਅਗਰ ਇੱਕ ਸਾਡੇ ਤੱਕ ਖਬਰ ਆਈ ਸੀ ਕਿ ਜਿਸ ਤਰ੍ਹਾਂ ਤਰਾਲ ਦੇ ਵਿੱਚ ਕੁਝ ਇਹਨਾਂ ਨੂੰ ਕੁਆਰੰਟਾਈਨ ਵਿੱਚ ਰੱਖਿਆ ਗਿਆ, ਪਰ ਉਹਨਾਂ ਨੂੰ ਗੁਰਦੁਆਰੇ ਦੀ ਤਰਫੋਂ ਲੰਗਰ ਨਹੀਂ ਪੁੱਜਿਆ ਕਿਉਂਕਿ ਤਾਲੇ ਲੱਗੇ ਦੇ ਸਨ, ਲੰਗਰ ਨਹੀਂ ਪੁੱਜੇ, ਪਰ ਉਧਰ ਦੀ ਸੰਗਤ ਨੇ, ਲੋਕਾਂ ਨੇ ਆਪਣੇ ਘਰੋਂ ਉਹਨਾਂ ਨੂੰ ਲੰਗਰ ਪੁਜਵਾਇਆ। ਬਿਲਕੁਲ, ਜਿਸ ਤਰ੍ਹਾਂ ਵੀ ਦੇਖੋ ਗੁਰਦਿਆਲ ਜੀ, ਸਿੱਖ ਸੰਗਤ ਦੇ ਵਿੱਚ ਲੰਗਰ, ਅਸੀਂ ਤੇ ਪੂਰੀ ਦੁਨੀਆ ਨੂੰ ਲੰਗਰ ਖਿਲਾਉਂਦੇ ਹਾਂ ਤੇ ਆਪਣੇ ਨੂੰ ਲੰਗਰ ਨਹੀਂ ਖਿਲਾਵਾਂਗੇ ਤੇ ਹੋ ਹੀ ਨਹੀਂ ਸਕਦਾ। ਜਦਕਿ ਤਰਾਲ ਮਹਿਮਾਨ ਨਵਾਜ਼ੀ ਵੀ ਸਭ ਤੋਂ ਅੱਗੇ ਹੈ, ਤੇ ਉੱਥੇ ਗੁਰਦੁਆਰਾ ਸਾਹਿਬ ਵਿੱਚ ਇਸ ਤਰੀਕੇ ਦਾ ਖਬਰ ਜਿਹੜੀ ਪੁੱਜ ਰਹੀ ਹੈ ਲੋਕਾਂ ਤੱਕ, ਤੇ ਦੇਖੋ ਬਹੁਤ ਜ਼ਿਆਦਾ ਬਦਕਿਸਮਤੀ ਹੈ ਕਿ ਜਦ ਤੱਕ ਸਾਨੂੰ ਇੱਕ ਚੀਜ਼ ਬਿਲਕੁਲ ਸਾਡੇ ਵਾਸਤੇ ਇੱਕ ਮੌਕਾ ਹੈ, ਇਹ 3 ਮਹੀਨੇ ਦਾ ਮੌਕਾ ਹੈ ਕਿ ਅਸੀਂ ਪੂਰੇ ਸਿਸਟਮ ਨੂੰ ਚੇਂਜ ਕਰ ਸਕਦੇ ਹਾਂ। ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਕੱਲ ਸਾਨੂੰ ਨਾ ਪੁੱਛਣ, ਜਿਸ ਤਰ੍ਹਾਂ ਤੁਸੀਂ ਸਾਨੂੰ ਪੁੱਛ ਰਹੇ ਹੋ ਕਿ ਤਰਾਲ ਵੀ ਤਾਲਾ ਕਿਉਂ ਲੱਗੇਗਾ, ਕਿ ਆਉਣ ਵਾਲੇ ਵਕਤ ਵਿੱਚ ਮੇਰਾ ਬੇਟਾ ਮੇਰੇ ਤੋਂ ਨਾ ਪੁੱਛੇ, ਤੁਹਾਡਾ ਬੇਟਾ ਤੁਹਾਡੇ ਤੋਂ ਨਾ ਪੁੱਛੇ ਕਿ ਤੁਸੀਂ ਗੁਰਦੁਆਰਿਆਂ ਦਾ ਕੀ ਹਾਲ ਕੀਤੇ ਦਾ, ਕਿੰਨੀ ਦੇਰ ਤੱਕ ਇਹ ਕਬਜ਼ਾ ਰਹੇਗਾ ਗੁਰਦੁਆਰਿਆਂ ਤੇ ਇਹ ਤੇ ਬੜੀ ਜਿਹੜੀ ਗੁਰਦੁਆਰਾ ਲਹਿਰ ਚੱਲੀ ਸੀ ਕਿ ਅਸੀਂ ਆਜ਼ਾਦ ਕਰਾਉਣਾ ਗੁਰਦੁਆਰਿਆਂ ਨੂੰ, ਤੇ ਇਹ ਉਹੀਓ ਮੌਕਾ ਫਿਰ ਆ ਗਿਆ ਕਿ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣਾ। ਕਿ ਅਗਰ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਰਹੀ ਹੈ, ਔਰ ਸਭ ਤੋਂ ਜ਼ਿਆਦਾ ਮੈਂਬਰ ਰਹੇ, ਲੇਕਿਨ ਸੰਗਤ ਦਾ ਬੜਾ ਰੋਲ ਹੈ ਕਿ ਆਪਣੀ ਸੰਗਤ ਜਿਹੜੀ ਚੁਣ ਕੇ ਆਪਣੇ ਮੈਂਬਰ ਨੂੰ ਭੇਜਦੀ ਹੈ, ਅਗਰ ਉਹ ਮੈਂਬਰ ਕਿਸੇ ਜਗ੍ਹਾ ਗਲਤ ਕਰਦਾ ਹੈ ਗੁਰਦੁਆਰਾ ਅਫੇਅਰਸ ਦੇ ਵਿੱਚ ਜਾਂ ਉਸ 'ਤੇ ਕਬਜ਼ਾ ਕਰਦਾ, ਉੱਥੇ ਦੀ ਸੰਗਤ ਨੂੰ ਬਣਦਾ ਹੈ ਕਿ ਉਹ ਮੈਂਬਰ ਨੂੰ ਇੱਕ ਤੇ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਏ, ਮੈਂਬਰ ਦੇ ਖਿਲਾਫ, ਦੂਜਾ ਸੰਗਤ ਉਹਨੂੰ ਆਪਣੀ ਬਰਾਦਰੀ ਵਿੱਚੋਂ ਗੁਰਦੁਆਰਾ ਲਿਆ ਕੇ ਉਹਨੂੰ ਬਿਲਕੁਲ ਬਾਜ਼ਾਬਤਾ ਸਿੱਖ ਸੰਗਤ ਦੇ ਹਿਸਾਬ ਨਾਲ ਜਿਹੜਾ ਬਰਾਦਰੀ ਦਾ ਫੈਸਲਾ ਹੁੰਦਾ, ਬਰਾਦਰੀ ਦੇ ਫੈਸਲੇ ਵੀ ਦੇਖਾ ਜਾਏ ਕਿ ਅਗਰ ਗੁਰਦੁਆਰਿਆਂ ਨੂੰ ਕੋਈ ਨੁਕਸਾਨ ਪਹੁੰਚਾ ਰਿਹਾ, ਉਹ ਸਿੱਖ ਹੀ ਨਹੀਂ ਹੋ ਸਕਦਾ। ਜੇ ਗੁਰਦੁਆਰਿਆਂ ਦੀ ਗੋਲਕਾਂ ਤੇ ਤਾਲੇ ਲਗਾਉਣਗੇ, ਉਹ ਕਿੱਥੇ ਸਿੱਖ ਹੋਏ। ਠੀਕ ਹੈ ਡਾਕਟਰ ਸਾਹਿਬ, ਬਹੁਤ ਵਧੀਆ, ਤੁਸੀਂ ਬੜੇ ਪ੍ਰੋਪਰ ਤਰੀਕੇ ਨਾਲ ਸਾਨੂੰ ਦੱਸਿਆ, ਤੇ ਅਸੀਂ ਉਮੀਦ ਕਰਾਂਗੇ ਜਿਹੜੀ ਤੁਸੀਂ ਜਿਸ ਤਰੀਕੇ ਦੀ ਗੱਲਾਂ ਦੱਸੀਆਂ ਨੇ, ਜਿਹੜਾ ਤੁਸੀਂ PDP ਦੇ ਦੌਰ ਵਿੱਚ ਸਿੱਖ ਕਮਿਊਨਿਟੀ ਵਾਸਤੇ ਕੰਮ ਕੀਤਾ, ਤੇ ਉਹ ਅੱਗੇ ਵੀ ਤੁਸੀਂ ਕਰਦੇ ਰਹੋਗੇ। ਤੇ ਜਿਹੜਾ ਸਾਡੇ ਸਿੱਖ ਸਿਆਸਤ ਦੇ, ਸਾਡੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਸਾਡੀ ਪਰੇਸ਼ਾਨੀਆਂ ਵਿੱਚ ਲੋਕ ਬੈਠੇ ਦੇ ਨੇ ਕਿ ਗੁਰਦੁਆਰੇ ਕਮੇਟੀਆਂ ਕੀ ਕਰ ਰਹੀਆਂ ਨੇ, ਕਿਹੜੀਆਂ ਸਾਫ਼ ਸਪਸ਼ਟ ਤਰੀਕੇ ਨਾਲ ਆਉਣੀ ਚਾਹੀਦੀ ਨੇ, ਤੇ ਅਸੀਂ ਚਾਹਾਂਗੇ ਕਿ ਤੁਹਾਡਾ ਯੋਗਦਾਨ ਵਿੱਚ ਵੀ ਇਸ ਵਿੱਚ ਤੁਹਾਡਾ ਪੂਰਾ ਯੋਗਦਾਨ ਪ੍ਰੋਪਰ ਤਰੀਕੇ ਨਾਲ ਰਹੇ, ਤੇ ਸਾਡੇ ਜਿਹੜਾ ਯੂਥ ਹੈ ਉਹਨੂੰ ਤੁਸੀਂ ਵੀ ਅੱਗੇ ਲੈ ਕੇ ਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। कैसा लगा मेरा मजाक?